ਸੋ ਅੱਜ ਮੈਂ ਉਸੇ ਸੰਬੰਧ ਵਿੱਚ ਲਾਈਵ ਹੋਇਆ ਹੈ ਕਿ ਮਾਨ ਸਾਹਿਬ ਨੇ ਵਿੱਚ ਕਿਹਾ ਹੈ ਕਿ ਨਵਾਬ ਕਪੂਰ ਸਿੰਘ ਜੀ ਨੇ ਇਹ ਜੋ ਬਾਟਾ ਹੈ ਵੱਖਰਾ ਕੀਤਾ ਹੈ। ਬਾਟਾ ਤੁਸੀਂ ਇੱਕ ਨਹੀਂ ਕਰਾ ਸਕਦੇ ਤੇ ਅਸੀਂ ਬਾਟਾ ਇੱਕ ਕਰਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਬਾਟਾ ਕਿੱਦਾਂ ਇੱਕ ਕਰਾਈਦਾ ਹੈ। ਕਾਲ ਤਖਤ ਸਾਹਿਬ ਤੁਸੀਂ ਆਂਦੇ ਜੇ ਵੀ ਮੈਂ ਉਹਨੂੰ ਸਰੋਪਾ ਭੇਟ ਕਰੂੰਗਾ ਤੇ ਫਿਰ ਕਾਲ ਤਖਤ ਸਾਹਿਬ ਕਿਉਂ ਨਹੀਂ ਬਾਟਾ ਵੱਖਰਾ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਸਿੱਖ ਕੌਮ ਕਿਸ ਥਾਂ ਤੇ ਆ ਕੇ ਖੜੀ ਹੋ ਗਈ ਹੈ। ਇਹ ਸਵਾਲ ਤਾਂ ਜ਼ਹਿਨ ਦੇ ਵਿੱਚ ਆਂਦਾ ਹੈ ਕਿਉਂਕਿ ਜਦੋਂ ਮੇਰੇ ਕਲਗੀਧਰ ਨੇ ਸਿੱਖ ਕੌਮ ਦੀ ਸਿਰਜਣਾ ਕੀਤੀ ਸੀ 1699 ਦੇ ਵਿੱਚ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਪੰਜ ਸਿੰਘ ਸਾਦੇ ਸਨ, ਉਦੋਂ ਉਸਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਕਦੇ ਇਸ ਅੰਮ੍ਰਿਤ ਦੇ ਬਾਟੇ ਵੀ ਅਲੱਗ-ਅਲੱਗ ਹੋਣਗੇ। ਉਸ ਦੀ ਸਿੱਖ ਕੌਮ ਵਿੱਚ ਪਾੜ ਪਾਏ ਜਾਣਗੇ, ਪਰ ਬਹੁਤ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਇਹ ਪਾੜ ਪਾ ਦਿੱਤੇ ਗਏ ਨੇ ਤੇ ਇਸ ਹੱਦ ਤੱਕ ਵਧਾ ਦਿੱਤੇ ਗਏ ਨੇ ਕਿ ਨੌਹਾਂ ਨਾਲੋਂ ਮਾਸ ਅਲੱਗ ਕਰ ਦਿੱਤਾ ਗਿਆ ਹੈ। ਇਹ ਕੋਈ ਹੋਰ ਨਹੀਂ ਹੈ, ਇਹ ਸਾਡੇ ਆਪਣੇ ਹੀ ਚੋਲੇ ਪਾ ਕੇ ਘੁੰਮਦੇ ਉਹ ਮਸੰਦ ਨੇ ਜਿਹੜੇ ਆਖਦੇ ਨੇ ਕਿ ਨੀਵੀਆਂ ਜਾਤਾਂ ਅਤੇ ਉੱਚੀਆਂ ਜਾਤਾਂ ਵਾਲਿਆਂ ਦੇ ਅੰਮ੍ਰਿਤ ਦੇ ਵਾਟੇ ਤੱਕ ਅਲੱਗ ਕਰ ਦਿੱਤੇ ਗਏ ਨੇ। ਪਰ ਰੰਗਰੇਟੇ ਸਿੰਘ ਨੇ ਕੁਝ ਸਵਾਲ ਪੁੱਛੇ ਨੇ ਢਾਡੀ ਜਸਵੀਰ ਸਿੰਘ ਮਾਨ ਤੋਂ, ਜੋ ਆਖਦੇ ਸਨ ਕਿ ਨਵਾਬ ਭਰਪੂਰ ਸਿੰਘ ਨੇ ਬਾਟਾ ਅਲੱਗ ਕੀਤਾ ਹੈ ਨੀਵੀਆਂ ਜਾਤਾਂ ਵਾਲਿਆਂ ਨੂੰ ਅੰਮ੍ਰਿਤ ਛਕਾਉਣ ਵਾਸਤੇ। ਇਸ ਸਿੰਘ ਦੀ ਗੱਲ ਸੁਣਾਉਣ ਤੋਂ ਪਹਿਲਾਂ ਕੁਝ ਸਵਾਲ ਅਸੀਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਇਹ ਹੱਕ ਕੌਮ ਦੇ ਵਿੱਚ ਕਿਸੇ ਨੂੰ ਵੀ ਕਿਸ ਨੇ ਦਿੱਤਾ ਕਿ ਖੰਡੇ ਬਾਟੇ ਦੀ ਪਹੁਲ ਦਾ ਬਾਟਾ ਅਲੱਗ ਕੀਤਾ ਜਾਵੇ। ਆਖਿਰ ਅਸੀਂ ਆਪਣੇ ਗੁਰਾਂ ਤੋਂ ਅਗਾਂਹ ਕਿੱਦਾਂ ਖੁਦ ਨੂੰ ਸਮਝ ਲਿਆ, ਅਸੀਂ ਮਰਿਆਦਾ ਕਿੱਦਾਂ ਬਦਲਣ ਲੱਗ ਪਏ, ਅਸੀਂ ਕਿੱਦਾਂ ਕੌਮ ਦੇ ਵਿੱਚ ਮੁੜ ਉਹੀ ਗੁਣ ਉਹੀ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਜਿਸ ਜ਼ਹਿਰ ਤੋਂ, ਜਿਸ ਪਖੰਡਵਾਦ ਤੋਂ, ਜਿਸ ਜਾਤ ਪਾਤ ਤੋਂ ਸਾਡੇ ਗੁਰਾਂ ਨੇ ਸਾਨੂੰ ਬਾਹਰ ਕੱਢਿਆ ਸੀ। ਮੇਰਾ ਕਲਗੀਧਰ ਆਪਣਾ ਪੂਰਾ ਪਰਿਵਾਰ ਵਾਰ ਗਿਆ ਇਸ ਕੌਮ ਵਾਸਤੇ, ਇਸ ਕੌਮ ਦੀ ਚੜ੍ਹਦੀ ਕਲਾ ਵਾਸਤੇ। ਪਰ ਅੱਜ ਇਸੇ ਕੌਮ ਦੇ ਵਿੱਚ ਅਜਿਹੇ ਮਸੰਦ ਮੌਜੂਦ ਨੇ ਜੋ ਲਗਾਤਾਰ ਘਟੀਆ ਹਕੂਮਤਾਂ ਦੇ ਤਲਵੇ ਚੱਟ ਕੇ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ, ਆਪਣੀਆਂ ਅਹੁਦੇਦਾਰੀਆਂ ਬਚਾਉਣ ਵਾਸਤੇ, ਆਪਣੇ ਡੇਰੇ ਬਚਾਉਣ ਵਾਸਤੇ ਸਿੱਖ ਕੌਮ ਨੂੰ ਲਗਾਤਾਰ ਢਾਹ ਲਾ ਰਹੇ ਨੇ। ਫਿਰ ਗੱਲ ਚਾਹੇ ਜਾਤ ਪਾਤ ਦੇ ਭਰਮ ਦੀ ਹੋਵੇ ਜਾਂ ਪਖੰਡਵਾਦ ਤੇ ਵਹਿਮਾਂ ਦੀ, ਇਹ ਹੋਰ ਕੋਈ ਨਹੀਂ ਫੈਲਾ ਰਿਹਾ। ਇਹ ਸਿੱਖੀ ਲਿਬਾਸ ਵਿੱਚ ਕੁਝ ਗਿਣਤੀ ਪਰ ਉਹ ਮਸੰਦ ਨੇ ਜਿਹੜੇ ਆਪਣੀਆਂ ਚਾਦਰਾਂ ਬਚਾਉਣ ਪਿੱਛੇ ਪੂਰੀ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਨੇ ਤੇ ਹਰ ਸੁਚੇਤ ਸਿੱਖ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ ਹਰਕਤਾਂ ਕੋਈ ਵੀ ਕਰਦਾ ਹੋਵੇ, ਬੇਸ਼ੱਕ ਉਹ ਡੇਰਾਵਾਦ ਨਾਲ ਜੁੜਿਆ ਹੈ, ਸਿਆਸਤ ਨਾਲ ਜੁੜਿਆ ਹੈ, ਆਪਣੇ ਆਪ ਨੂੰ ਸੰਤ ਮਹਾਂਪੁਰਖ ਅਖਵਾਉਂਦਾ ਹੈ ਜਾਂ ਕੋਈ ਕਥਾਵਾਚਕ ਹੈ ਜਾਂ ਸਿੱਖ ਪ੍ਰਚਾਰਕ ਹੈ, ਜੋ ਵੀ ਅਜਿਹਾ ਕਰਦਾ ਹੈ, ਜੋ ਦਸਾਂ ਗੁਰਾਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਜਾ ਕੇ ਪ੍ਰਚਾਰ ਪ੍ਰਸਾਰ ਕਰਦਾ ਹੈ ਜਾਂ ਖੰਡੇ ਬਾਟੇ ਦੀ ਪਹੁਲ ਦਾ ਬਾਟਾ ਬਦਲਣ ਦੀ ਗੱਲ ਕਰਦਾ ਹੈ ਜਾਂ ਕੌਮ ਵਿੱਚ ਜਾਤ ਪਾਤ ਦੀ ਗੱਲ ਕਰਦਾ ਹੈ, ਤੁਸੀਂ ਸੋਚ ਲੈਣਾ ਕਿ ਉਹ ਸਿੱਖ ਹੋ ਹੀ ਨਹੀਂ ਸਕਦਾ। ਉਹ ਸਿਰਫ ਤੇ ਸਿਰਫ ਸਿੱਖ ਕੌਮ ਦਾ ਦੁਸ਼ਮਣ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਚੋਗਾ ਸਿੰਘ ਜੀ, ਮਿਸਲ ਬਾਬਾ ਸੰਗਤ ਸਿੰਘ ਜੀ ਰੰਗਰੇਟੇ ਗੁਰ ਕੇ ਬੇਟੇ, ਬਾਬਾ ਜੀਵਨ ਸਿੰਘ ਜੀ, ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਕਮਾਂਡ ਸਾਂਭੀ ਹੈ ਤੇ ਅੱਜ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਉਹ। ਮੈਂ ਇੱਕ ਕਲਿੱਪ ਦੇਖੀ ਸੀ ਢਾਡੀ ਜਸਵੀਰ ਸਿੰਘ ਮਾਨ ਜੀ ਦੀ, ਸੋ ਅੱਜ ਮੈਂ ਉਸੇ ਸੰਬੰਧ ਵਿੱਚ ਲਾਈਵ ਹੋਇਆ ਹੈ ਕਿ ਮਾਨ ਸਾਹਿਬ ਨੇ ਵਿੱਚ ਕਿਹਾ ਹੈ ਕਿ ਨਵਾਬ ਕਪੂਰ ਸਿੰਘ ਜੀ ਨੇ ਇਹ ਜੋ ਬਾਟਾ ਹੈ ਵੱਖਰਾ ਕੀਤਾ ਹੈ। ਪਰ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਮਾਨ ਸਾਹਿਬ, ਬਾਟਾ ਜਿਹੜਾ ਹੈ ਇਹ ਅੰਮ੍ਰਿਤ ਜਿਹੜਾ ਹੈ ਇਹ ਗੁਰੂ ਸਾਹਿਬ ਨੇ ਤਿਆਰ ਕੀਤਾ ਸੀ ਜਾਂ ਨਵਾਬ ਕਪੂਰ ਸਿੰਘ ਜੀ ਨੇ? ਨਵਾਬ ਕਪੂਰ ਸਿੰਘ ਉਹ ਸਾਡੇ ਜਥੇਦਾਰ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਸਾਡੇ ਮੰਨਣ 'ਚ ਨਹੀਂ ਆਉਂਦੀ ਕਿ ਉਹ ਜਿਹੜੀ ਬਾਟੇ ਵਾਲੀ ਗੱਲ ਤੁਸੀਂ ਕਹਿ ਰਹੇ ਜੇ ਕਿ ਉਹਨਾਂ ਨੇ ਵੱਖਰੀ ਕੀਤੀ ਆ, ਅਸੀਂ ਨਹੀਂ ਮੰਨਦੇ ਕਿ ਉਹਨਾਂ ਨੇ ਵੱਖਰੀ ਕੀਤੀ ਹੋਵੇਗੀ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਸਾਨੂੰ ਤੁਸੀਂ ਕਹਿੰਦੇ ਜੇ ਕਿ ਜਿਨ੍ਹਾਂ ਨੂੰ ਪਤਾ ਏ ਉਹ ਚੁੱਪ ਕਰਕੇ ਬੈਠੇ ਨੇ, ਉਹ ਚੁੱਪ ਕਰਕੇ ਇਸ ਕਰਕੇ ਬੈਠੇ ਨੇ ਕਿ ਉਹਨਾਂ ਦੇ ਦਮ ਨਹੀਂ ਹੈਗਾ ਬੋਲਣ ਦਾ।
ਤੁਸੀਂ ਵਿੱਚ ਇਹ ਵੀ ਕਿਹਾ ਕਿ ਜਿਨ੍ਹਾਂ ਦੀਆਂ ਅੱਜ ਜ਼ਮੀਰਾਂ ਜਾਗ ਗਈਆਂ ਨੇ ਉਹ ਬੋਲਦੇ ਨੇ ਸਾਡੀਆਂ ਅੱਜ ਨਹੀਂ, ਸ਼ੁਰੂ ਤੋਂ ਹੀ ਜ਼ਮੀਰਾਂ ਜਾਗਦੀਆਂ ਨੇ। ਧੰਨ ਧੰਨ ਬਾਬਾ ਮਹਿੰਦਰ ਸਿੰਘ ਜੀ ਸੱਚਖੰਡ ਵਾਸੀ, ਜਿਨ੍ਹਾਂ ਨੇ ਮੁੱਢ ਤੋਂ ਹੀ ਉਹਨਾਂ ਨੇ ਬਜਾਤੀ ਵਿਤਕਰੇ ਨੂੰ ਖਤਮ ਕਰਨ ਲਈ ਉਹਨਾਂ ਨੇ ਬਹੁਤ ਜੰਗਾਂ ਲੜੀਆਂ ਨੇ। ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਮੁੱਦਾ ਰਿਹਾ ਹੈ ਕਿ ਜਾਤੀ ਵਿਤਕਰਾ ਜਿਹੜਾ ਖਤਮ ਕੀਤਾ ਜਾਵੇ। ਪਰ ਅੱਜ ਫੇਰ ਆਪਾਂ ਜਾਤੀ ਵਿਤਕਰੇ ਦੇ ਵਿੱਚ ਵੜ ਕੇ ਤੇ ਆਪਾਂ ਇਹ ਗੱਲਾਂ ਕਰਦੇ ਪਏ ਆ। ਉਧਰ ਸਤਿਗੁਰਾਂ ਕਹਿੰਦੇ ਨੇ ਕਿ ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ, ਹੋਰ ਕੁਝ ਮੰਗਿਆ ਹੀ ਨਹੀਂ ਖਾਲਸੇ ਨੇ। ਤੇ ਆਪਾਂ ਆਪਣੇ ਨਾਮ ਦੇ ਪਿੱਛੇ ਮਾਨ ਲਾਈ ਫਿਰਦੇ ਆ ਤੇ ਸਤਿਗੁਰਾਂ ਨੇ ਕਿਹਾ ਵੀ ਸਿੰਘ ਲਾਉਣਾ ਆ ਨਾਲ, ਆਪਾਂ ਆਪਣੀਆਂ ਗੋਤਾਂ ਨਹੀਂ ਲਾਉਣੀਆਂ ਨਾਲ। ਆਪਾਂ ਸਿੰਘ ਲਾਉਣਾ ਨਾਲ, ਆਪਾਂ ਗੋਤਾਂ ਨਹੀਂ ਲਾਉਣੀਆਂ ਨਾਲ। ਸਤਿਗੁਰਾਂ ਨੇ ਤੇ ਗੋਤਾਂ ਨੂੰ ਖਤਮ ਕੀਤਾ ਏ, ਜਾਤ ਗੋਤ ਤੇ ਉਹਨਾਂ ਨੇ ਪਹਿਲਾਂ ਹੀ ਖਤਮ ਕਰਤੀ ਸੀ ਸਤਿਗੁਰਾਂ ਨੇ। ਤੇ ਜੇ ਆਪਾਂ ਕਹਿੰਦੇ ਆ ਵੀ ਇਹ ਜਿਹੜੇ ਰੰਗਰੇਟੇ ਆ ਇਹ ਨੀਵੇਂ ਆ, ਤੇ ਸਤਿਗੁਰਾਂ ਨੇ ਮਾਣ ਕਿੰਨਾ ਬਖਸ਼ਿਆ ਫਿਰ ਰੰਗਰੇਟਿਆਂ ਨੂੰ, ਇਹ ਵੀ ਵੇਖੋ। ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ ਰੰਗਰੇਟੇ ਹੀ ਦੋਵੇਂ ਪਿਓ ਪੁੱਤ। ਆਪਾਂ ਕੌਮ ਦੇ ਢਾਡੀਆਂ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਰੰਗਰੇਟਿਆਂ ਦੀਆਂ ਕੁਰਬਾਨੀਆਂ ਕਿੰਨੀਆਂ ਨੇ। ਅੱਜ ਆਪਾਂ ਆਨੇ ਆ ਵੀ ਅਸੀਂ ਬਾਟਾ ਤੁਸੀਂ ਇੱਕ ਨਹੀਂ ਕਰਾ ਸਕਦੇ, ਤੇ ਅਸੀਂ ਬਾਟਾ ਇੱਕ ਕਰਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਬਾਟਾ ਕਿੱਦਾਂ ਇੱਕ ਕਰਾਈ ਰਿਹਾ ਹੈ। ਜੇ ਤੁਸੀਂ ਆਂਦੇ ਜੇ ਅਕਾਲ ਤਖਤ ਸਾਹਿਬ, ਹਾਂਜੀ ਅਕਾਲ ਤਖਤ ਸਾਹਿਬ ਤੁਸੀਂ ਆਂਦੇ ਜੇ ਵੀ ਮੈਂ ਉਹਨੂੰ ਸਰੋਪਾ ਭੇਟ ਕਰੂੰਗਾ, ਤੇ ਫਿਰ ਅਕਾਲ ਤਖਤ ਸਾਹਿਬ ਕਿਉਂ ਨਹੀਂ ਬਾਟਾ ਵੱਖਰਾ ਕਰਦੇ? 5 ਤਖਤ ਨੇ ਸਾਡੇ, ਸਰਵੋਤਮ ਅਦਾਲਤਾਂ ਨੇ ਸਾਡੀਆਂ। ਅਕਾਲ ਤਖਤ ਸਾਹਿਬ ਸਾਡੀ ਸਰਵੋਤਮ ਅਦਾਲਤ ਆ, ਉਹਨਾਂ ਨੇ ਨਹੀਂ ਅੱਜ ਤੱਕ ਇਹ ਕੰਮ ਚਲਾਇਆ, ਤੇ ਆਪਾਂ ਨਵੇਂ ਕੰਮ ਚਲਾ ਕੇ ਬੈਠੇ ਆ। ਤੇ ਉਤੋਂ ਆਪਾਂ ਕਹਿੰਦੇ ਆ ਵੀ ਆਹ ਗੱਲ ਹੈ ਅਸੀਂ 11,000 ਰੁਪਇਆ ਦੇਵਾਂਗੇ ਜਾਂ ਅਸੀਂ ਦੂਜਾ ਤੀਜਾ ਕਰਾਂਗੇ। ਮੈਂ ਅੱਜ ਇਸ ਕਰਕੇ ਲਾਈਵ ਹੋਇਆ ਹੈ। ਸਾਨੂੰ ਗੁਰੂਦਰ ਸਿੰਘ ਰੰਗਰੇਟੇ ਦਾ ਕੁਝ ਨਹੀਂ, ਸਾਨੂੰ ਉਹਦੇ ਨਾਲ ਨਹੀਂ ਕੋਈ ਸਾਡਾ। ਅਸੀਂ ਬਾਬਾ ਦਰਸ਼ਨ ਸਿੰਘ ਜੀ ਦੇ ਨਾਲ ਚੱਲਦੇ ਆ ਰਹੇ ਆ, ਚੱਲਦੇ ਰਵਾਂਗੇ ਤਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਆ। ਦਸ਼ਮੇਸ਼ ਤਰਨਾ ਦਲ ਦੇ ਮੁਖੀ ਨੇ ਜਿਨ੍ਹਾਂ ਨੇ ਕਮਾਂਡ, ਬਾਬਾ ਜੀਵਨ ਸਿੰਘ ਜੀ ਸੱਚਖੰਡ ਵਾਸੀ, ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਕਮਾਂਡ, ਉਸ ਤੋਂ ਬਾਅਦ ਬਾਬਾ ਮਹਾਂਵੀਰ ਸਿੰਘ ਜੀ ਨੇ ਕਮਾਂਡ ਕੀਤੀ ਹੈ। 8ਵੇਂ ਜਥੇਦਾਰ ਨੇ ਦਸ਼ਮੇਸ਼ ਤਰਨਾ ਦਲ ਦੇ। ਉਸ ਤੋਂ ਬਾਅਦ ਬਾਬਾ ਦਰਸ਼ਨ ਸਿੰਘ ਜੀ ਨੇ ਕਮਾਂਡ ਕੀਤੀ ਹੈ ਦਸ਼ਮੇਸ਼ ਤਰਨਾ ਦਲ ਦੀ, ਜੋ ਅੱਜ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ। ਤੇ ਸੰਗਤਾਂ ਨੂੰ ਉਹ ਦੱਸਦੇ ਰਹਿੰਦੇ ਨੇ ਕਿ ਜਿਹੜਾ ਜਾਤੀ ਵਿਤਕਰਾ ਹੈ ਉਹ ਖਤਮ ਕੀਤਾ ਜਾਵੇ, ਪਰ ਆਪਾਂ ਨਹੀਂ ਸਮਝਦੇ। ਆਪਾਂ ਫਿਰ ਉਹੀ ਗੱਲਾਂ 'ਚ ਵੜੇ ਹੋਏ ਆ ਕਿ ਨਵਾਬ ਕਪੂਰ ਸਿੰਘ ਨੇ ਜਾਤੀ ਵਿਤਕਰਾ ਕੀਤਾ ਏ, ਉਹਨਾਂ ਨੇ ਬਾਟਾ ਵੱਖਰਾ ਕੀਤਾ ਏ। ਮੈਨੂੰ ਇੱਕ ਗੱਲ ਦੱਸੋ ਵੀ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਕਿ ਨਵਾਬ ਕਪੂਰ ਸਿੰਘ ਨੇ ਕੀਤਾ ਏ? ਇੱਕ ਬੰਨੇ ਕਹਿੰਦੇ ਅਸੀਂ ਕਲਗੀਧਰ ਪਾਤਸ਼ਾਹ ਦੇ ਪੋਤੇ ਆ, ਤੇ ਦੂਜੇ ਬੰਨੇ ਆਪਾਂ ਕਹਿੰਦੇ ਆ ਕਿ ਆਪਾਂ ਇਹ ਜਾਤੀ ਵਿਤਕਰਾ ਜਿਹੜਾ ਆ ਉਹਨਾਂ ਨੇ ਸ਼ੁਰੂ ਕੀਤਾ ਏ। ਜੇ ਕੀਤਾ ਤੇ ਕਿੱਥੇ ਕੀਤਾ ਜਾਂ ਸਾਨੂੰ ਦੱਸੋ, ਸਾਨੂੰ ਹੀ ਪਤਾ ਲੱਗੇ। ਜੇ ਤੁਸੀਂ ਆਂਦੇ ਜੇ ਕਿ ਜਿਨ੍ਹਾਂ ਨੂੰ ਪਤਾ ਏ ਉਹ ਚੁੱਪ ਕਰਕੇ ਬੈਠੇ ਆ, ਉਹਨਾਂ ਦੇ ਵਿੱਚ ਤਾਂ ਦਮ ਨਹੀਂ ਹੈਗਾ। ਸਾਡੀ ਜਥੇਬੰਦੀ ਜਿਹੜੀ ਆ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ, ਉਹ ਬਾਬਾ ਜੀਵਨ ਸਿੰਘ ਜੀ ਦਾ ਅੱਜ ਵੀ ਉਹਨਾਂ ਨੂੰ ਪ੍ਰਤੱਖ ਰੱਖ ਕੇ, ਉਹਨਾਂ ਨੂੰ ਮੁੱਖ ਰੱਖ ਕੇ ਚੱਲਦੇ ਨੇ। ਸਭ ਤੋਂ ਪਹਿਲਾਂ ਮਹੱਲਾ ਕੱਢਦੇ ਨੇ ਉਹਨਾਂ ਦਾ, ਉਹਨਾਂ ਦੇ ਨਿਸ਼ਾਨ ਲੈ ਕੇ ਮਹੱਲਾ ਕੱਢਦੇ ਨੇ। ਸਾਨੂੰ ਦੱਸੋ ਅੱਜ ਤੱਕ ਕਿੱਥੇ ਕਿਸੇ ਨੇ ਮਹੱਲਾ ਕੱਢਿਆ ਉਹਨਾਂ ਦੇ ਨਿਸ਼ਾਨ ਲੈ ਕੇ? ਬਾਬਾ ਜੀਵਨ ਸਿੰਘ ਦਾ ਇੰਨੀਆਂ ਰੰਗਰੇਟੇ ਜਥੇਬੰਦੀਆਂ ਨੇ, ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਮਹੱਲਾ ਕੱਢਦੀਆਂ ਨੇ ਬਾਬੇ ਜੀਵਨ ਸਿੰਘ ਦਾ ਨਿਸ਼ਾਨ ਲੈ ਕੇ? ਜੇ ਆਪਾਂ ਜਥੇਬੰਦੀਆਂ ਦੀ ਗੱਲ ਕਰਦੇ ਆ ਤਾਂ ਸਾਨੂੰ ਵੀ ਦੱਸੋ। ਅਸੀਂ ਦਲਾਂ ਪੰਥਾਂ ਦਾ ਸਤਿਕਾਰ ਕਰਦੇ ਆ, ਪਰ ਇਸ ਮੌਕੇ ਤੇ ਜੋ ਅੱਜ ਦਾ ਸਮਾਂ ਹੈ, ਅੱਜ ਦੇ ਸਮੇਂ ਤੇ ਜੋ ਗੱਲ ਚੱਲ ਰਹੀ ਹੈ ਜਾਤੀ ਵਿਤਕਰੇ ਦੀ, ਅਸੀਂ ਅਕਾਲ ਤਖਤ ਸਾਹਿਬ ਫੇਰ ਪਹੁੰਚ ਕਰਾਂਗੇ, ਸਿੰਘ ਸਾਹਿਬ ਦੇ ਕੋਲ ਫੇਰ ਅਸੀਂ ਪਹੁੰਚ ਕਰਾਂਗੇ। ਫੇਰ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜਾ ਜਾਤੀ ਵਿਤਕਰੇ ਨੂੰ ਇਹਨੂੰ ਖਤਮ ਕਰੋ। ਇਹ ਕਿਉਂ ਚੱਲਦਾ ਜਾਤੀ ਵਿਤਕਰਾ? ਸ਼ੁਰੂ ਤੋਂ ਲੈ ਕੇ ਅੱਜ ਤੱਕ ਜਾਤੀ ਵਿਤਕਰਾ ਹੁੰਦਾ ਆ। ਸਤਿਗੁਰਾਂ ਦੀ ਜੰਗ ਕਿਉਂ ਹੋਈ ਸੀ ਪਹਾੜੀ ਰਾਜਿਆਂ ਦੇ ਨਾਲ? ਕਿਉਂਕਿ ਉਹ ਕਹਿੰਦੇ ਸੀ ਕਿ ਸਾਡੀ ਭਗਤ ਜਿਹੜੀ ਉਹ ਪਹਿਲੋਂ ਲੱਗੇ, ਤੇ ਨੀਵੀਂ ਜਾਤਾਂ ਦੀ ਜਿਹੜੀ ਭਗਤ ਤੋਂ ਬਾਅਦ ਚੋਂ ਲੱਗੇ। ਪਰ ਸਤਿਗੁਰਾਂ ਨੇ ਕਿਹਾ ਵੀ ਜਿਨ੍ਹਾਂ ਨੂੰ ਤੁਸੀਂ ਨੀਵਿਆਂ ਦੱਸਦੇ ਉਹਨਾਂ ਨੂੰ ਤੇ ਮੈਂ ਉੱਚਿਆਂ ਕਰਨਾ ਏ।
ਤੇ ਉਹਨਾਂ ਆਖਿਆ ਬਾਬਾ ਜੀਵਨ ਸਿੰਘ ਦਿੱਲੀਓਂ ਸੀਸ ਲਿਆਉਂਦਾ ਨਾ ਸਿੱਖਾਂ ਦੀ ਮੁੱਛ ਖੜੀ ਹੁੰਦੀ। ਜੇ ਬਾਬਾ ਜੀਵਨ ਸਿੰਘ ਇਹਦੀ ਵੱਡੀ ਕੁਰਬਾਨੀ ਨਾ ਕਰਦਾ ਤਾਂ ਅੱਜ ਆਪਾਂ ਕਿੱਥੇ ਹੋਣਾ ਸੀ। ਅੱਜ ਆਪਾਂ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਆ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਾਸ ਨੇ ਜਿੱਥੇ ਮੋਰਚਾ ਲਾਇਆ, ਮੈਂ ਪਹਿਲਾਂ ਵੀ ਤੁਹਾਨੂੰ ਇੱਕ ਕਲਿੱਪ ਪਾਈ ਸੀ, ਮੈਂ ਉਦੋਂ ਵੀ ਦੱਸਿਆ ਵੀ ਦਾਸ ਨੇ ਜਿੱਥੇ ਮੋਰਚਾ ਲਾਤਾ ਉੱਥੇ ਫਿਰ ਲੱਗਾ ਹੀ ਰਹੂਗਾ, ਦਾਸ ਭੱਜੂਗਾ ਨਹੀਂ ਕਿਤੇ। ਤੇ ਸਾਨੂੰ ਮੈਂ ਇਹ ਨਹੀਂ ਕਿ ਤੁਹਾਨੂੰ ਗੁਰਿੰਦਰ ਸਿੰਘ ਰੰਗਰੇਟੇ ਨੂੰ ਤੁਸੀਂ ਰਿਪਲਾਈ ਕੀਤਾ ਤਾਂ ਕੀਤਾ, ਮੈਂ ਆਪਣੀ ਇੱਕ ਤੁਸੀਂ ਵਿੱਚ ਕਹਿੰਦੇ ਜੇ ਕਿ ਜੇ ਰੰਗਰੇਟੇ ਸਿੰਘ ਤੇ ਬਾਟਾ ਇੱਕ ਕਰਾ ਲੈਣ ਤਾਂ ਮੈਂ 11,000 ਦੀ ਤਲਵਾਰ ਭੇਟਾ ਕਰੂੰਗਾ। ਅਸੀਂ ਤੇਰੀ 11,000 ਦੀ ਤਲਵਾਰ ਦੇ ਭੁੱਖੇ ਨਹੀਂ ਆ ਜਾਂ ਤੇਰੇ ਸਰੋਪੇ ਦੇ ਭੁੱਖੇ ਨਹੀਂ ਆ। ਸਤਿਗੁਰਾਂ ਨੇ ਬੜਾ ਕੁਝ ਬਖਸ਼ਿਆ ਆ, ਬੜੀ ਕਿਰਪਾ ਸਤਿਗੁਰਾਂ ਦੀ। ਰੰਗਰੇਟੇ ਸਿੰਘਾਂ ਦੇ ਕੋਲ ਵੀ ਸਤਿਗੁਰਾਂ ਨੇ ਬੜਾ ਮਾਣ ਬਖਸ਼ਿਆ, ਪਰ ਬੜਾ ਕੁਝ ਹੈ ਰੰਗਰੇਟੇ ਸਿੰਘਾਂ ਦੇ ਕੋਲ। ਤੁਸੀਂ ਰੰਗਰੇਟੇ ਸਿੰਘਾਂ ਨੂੰ ਕੀ ਜਾਣਦੇ ਜੇ? ਅੱਜ ਤੁਸੀਂ ਉਹਨਾਂ ਨੂੰ ਕਹਿੰਦੇ ਜੇ ਕਿ ਇਹਨਾਂ ਦੀਆਂ ਜ਼ਮੀਰਾਂ ਜਾਗ ਗਈਆਂ ਆ। ਜ਼ਮੀਰਾਂ ਤੇ ਉਹਨਾਂ ਦੀਆਂ ਉਦੋਂ ਦੀਆਂ ਜਾਗੀਆਂ ਜਦੋਂ ਦੇ ਸਤਿਗੁਰਾਂ ਦੇ ਨਾਲ ਚੱਲੇ ਆ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਸਤਿਗੁਰਾਂ ਦੇ ਨਾਲ ਚੱਲੇ ਆ। ਜ਼ਮੀਰਾਂ ਤੇ ਉਦੋਂ ਦੀਆਂ ਜਾਗੀਆਂ ਆ। ਤੇ ਮੈਂ ਫਿਰ ਤੁਹਾਨੂੰ ਇਹ ਵੀ ਕਹਾਂਗਾ ਕਿ ਜੇ ਤੁਸੀਂ ਗੱਲ ਕਰਦੇ ਜੇ ਨਾ ਤੇ ਫਿਰ ਤੁਸੀਂ ਹਰਿਮੰਦਰ ਸਾਹਿਬ ਜਾ ਛੱਡਦੇ ਹੋ। ਉੱਥੇ ਸਰੋਵਰ ਦੀ ਸੇਵਾ ਜਿਹੜੀ ਭਾਈ ਚੀਕੋ ਜੀ ਤੇ ਭਾਈ ਮੀਕੋ ਜੀ ਨੇ ਕੀਤੀ ਹੈ, ਰੰਗਰੇਟੇ ਸਿੰਘਾਂ ਨੇ ਸਭ ਤੋਂ ਪਹਿਲਾਂ ਰੰਗਰੇਟੇ ਸਿੰਘਾਂ ਨੇ ਸੇਵਾ ਕੀਤੀ ਹੈ ਉੱਥੇ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ। ਤੇ ਅੱਜ ਆਪਾਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਜਿਹੜੇ ਬਹਿ ਕੇ ਰੰਗਰੇਟੇ ਸਿੰਘਾਂ ਦੀ ਬਦੌਲਤ ਆ। ਤੇ ਦਾਸ ਇਹ ਵੀ ਕਹਿਣਾ ਚਾਹੂਗਾ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ ਉਦੋਂ ਉਹਨਾਂ ਨੇ ਜਾਤੀ ਵਿਤਕਰਾ ਖਤਮ ਕੀਤਾ ਸੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਾਤੀ ਵਿਤਕਰੇ ਨੂੰ ਖਤਮ ਕਰੋ ਤੇ ਇਕਜੁੱਟ ਹੋਵੋ ਤੇ ਨਾ ਆਪਾਂ ਐਵੇਂ ਇਹ ਗੱਲਾਂ ਕਰਕੇ ਤੇ ਆਪਾਂ ਨੂੰ ਇਹ ਗੱਲਾਂ ਨਹੀਂ ਸੋਭਦੀਆਂ ਤੇ ਆਪਾਂ ਇਹ ਗੱਲਾਂ ਨੂੰ ਖਤਮ ਕਰੀਏ। ਆਪਾਂ ਇਹ ਪ੍ਰਚਾਰ ਕਰੀਏ ਕਿ ਜਾਤੀ ਵਿਤਕਰਾ ਜਿਹੜਾ ਉਹ ਖਤਮ ਹੋਵੇ ਤੇ ਜਲਦ ਤੋਂ ਜਲਦ ਹੋਵੇ। ਇਹ ਨਾ ਕਹੀਏ ਕਿ ਫਲਾਣੇ ਜਥੇਦਾਰ ਨੇ ਜਾਤੀ ਵਿਤਕਰਾ ਸ਼ੁਰੂ ਕੀਤਾ ਸੀ ਤੇ ਅਸੀਂ ਵੀ ਕਰਾਂਗੇ। ਆਪਾਂ ਇਹ ਕਹੀਏ ਕਿ ਜਾਤੀ ਵਿਤਕਰਾ ਖਤਮ ਹੋਵੇ ਤੇ ਜਿਨ੍ਹਾਂ ਤੋਂ ਜਾਤੀ ਵਿਤਕਰਾ ਤੁਸੀਂ ਆਂਦੇ ਜੇ ਸ਼ੁਰੂ ਕੀਤਾ ਸੀ, ਕੀ ਪਤਾ ਕਿਹੜੇ ਸਿੰਘ ਸੀ ਉਹ ਰੰਗਰੇਟੇ ਸਿੰਘ, ਉਹ ਹੁਣ ਵਿਚਾਰੇ ਹੈ ਵੀ ਆ ਕਿ ਨਹੀਂ ਆ। ਕਿੰਨਾਂ ਤੋਂ ਜਾਤੀ ਵਿਤਕਰਾ ਸ਼ੁਰੂ ਕੀਤਾ ਸੀ ਸਾਨੂੰ ਇਹ ਵੀ ਦੱਸੋ। ਨਵਾਬ ਕਪੂਰ ਸਿੰਘ ਨੇ ਕਿਉਂ ਜਾਤੀ ਵਿਤਕਰਾ ਸ਼ੁਰੂ ਕੀਤਾ ਸੀ, ਕਿਹੜੀ ਗੱਲੋਂ ਕੀਤਾ ਸੀ? ਤੇ ਸਾਡੀ ਜਥੇਬੰਦੀ ਜਿਹੜੀ ਆ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ, ਉਹਨਾਂ ਨੇ ਇਹ ਜੋ ਮੁੱਦਾ ਉਠਾਇਆ ਹੈ ਜਾਤੀ ਵਿਤਕਰੇ ਨੂੰ ਖਤਮ ਕਰਨ ਲਈ, ਅਸੀਂ ਉਹਨਾਂ ਦੇ ਬਿਲਕੁਲ ਨਾਲ ਖੜੇ ਆ। ਦਿਨ ਰਾਤ ਅਸੀਂ ਉਹਨਾਂ ਦੇ ਨਾਲ ਆ, ਜਿੱਥੇ ਕਹਿਣਗੇ ਉੱਥੇ ਹੀ ਆਵਾਂਗੇ। ਤੇ ਦਾਸ ਨਾਲ ਦੀ ਨਾਲ ਇਹ ਬੇਨਤੀ ਕਰਨੀ ਜਾਵੇਗਾ ਕਿ ਆਪਾਂ ਇਹ ਪ੍ਰਚਾਰ ਬੰਦ ਕਰੀਏ। ਜੋ ਤੁਹਾਡਾ ਮੈਟਰ ਆ ਗੁਰਿੰਦਰ ਸਿੰਘ ਰੰਗਰੇਟੇ ਨਾਲ ਕਰੋ, ਉਹਦੇ ਨਾਲ ਸਾਨੂੰ ਕੋਈ ਨਹੀਂ ਇਹਦੇ ਨਾਲ ਮਤਲਬ। ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਅਗਰ ਅਸੀਂ ਸਿੱਖ ਕੌਮ ਦੀ ਭਲਾਈ ਚਾਹੁੰਦੇ ਹਾਂ, ਅਗਰ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਜਾਗਰੂਕ ਹੋਣਾ ਪੈਣਾ ਹੈ। ਕਿਉਂਕਿ ਅੱਜ ਹਰ ਕੋਈ ਚਾਹੁੰਦਾ ਹੈ ਕਿ ਪੰਜਾਬ ਛੱਡ ਕੇ ਅਸੀਂ ਵਿਦੇਸ਼ ਚਲੇ ਜਾਈਏ, ਵਿਦੇਸ਼ ਜਾ ਕੇ ਸੈਟਲਡ ਹੋ ਜਾਈਏ, ਡਾਲਰ ਕਮਾਈਏ। ਪਰ ਇਹ ਕੋਈ ਨਹੀਂ ਸੋਚਦਾ ਕਿ ਇਹ ਉਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਡੋਲਿਆ ਹੈ। ਇਹ ਉਹ ਖਾਲਸਾ ਰਾਜ ਹੈ ਜਿੱਥੇ ਸਾਡੇ ਮਾਪਿਆਂ ਨੇ, ਸਾਡੇ ਆਪਣਿਆਂ ਨੇ ਆਪਣਾ ਆਪ ਗਵਾਇਆ ਹੈ। ਇਸ ਰਾਜ ਵਾਸਤੇ ਇਹ ਉਹ ਰਾਜ ਹੈ, ਇਹ ਉਹ ਸਥਾਨ ਹੈ ਜਿੱਥੇ ਸਾਡੇ ਗੁਰਾਂ ਦੀਆਂ ਕੁਰਬਾਨੀਆਂ ਹੋਈਆਂ ਨੇ, ਜਿੱਥੇ ਸਾਡੇ ਗੁਰਾਂ ਦੀਆਂ, ਸਾਡੇ ਜਰਨੈਲਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਜਿੱਥੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਕਿੱਦਾਂ ਅਸੀਂ ਘੱਲੂਘਾਰੇ ਭੁੱਲ ਗਏ, ਕਿੱਦਾਂ ਅਸੀਂ ਉਹ ਜ਼ੁਲਮ ਭੁੱਲ ਗਏ ਜੋ ਸਿੱਖ ਕੌਮ ਉੱਤੇ ਕੀਤੇ ਗਏ ਇਹਨਾਂ ਜ਼ਾਲਮ ਸਰਕਾਰਾਂ ਵੱਲੋਂ।
ਅੰਗਰੇਜ਼ ਹਕੂਮਤ ਨੇ ਇੱਕ ਸਦੀ ਤੋਂ ਵੱਧ ਭਾਰਤ ਤੇ ਰਾਜ ਕੀਤਾ, ਪਰ ਕਦੇ ਦਰਬਾਰ ਸਾਹਿਬ ਉੱਤੇ ਹਮਲਾ ਨਹੀਂ ਸੀ ਕੀਤਾ। ਪਰ ਜਿਨ੍ਹਾਂ ਨੂੰ ਅਸੀਂ ਭਰਾ ਬਣਾ ਕੇ ਰੱਖਿਆ, ਉਹਨਾਂ ਹਿੰਦ ਹਕੂਮਤਾਂ ਨੇ, ਕੁਝ ਜ਼ਾਲਮ ਹਾਕਮਾਂ ਨੇ ਭਾਈਚਾਰਕ ਸਾਂਝ ਦੀ ਹਰ ਮਰਿਆਦਾ ਤੋੜਦਿਆਂ ਹੋਇਆਂ ਸ਼੍ਰੀ ਦਰਬਾਰ ਸਾਹਿਬ ਵੀ ਢਹਿ ਢੇਰੀ ਕੀਤਾ ਤੇ ਸਿੰਘ ਵੀ ਸ਼ਹੀਦ ਕਰਵਾਏ, ਸਿਰਫ ਤੇ ਸਿਰਫ ਆਪਣੀਆਂ ਸਿਆਸਤਾਂ ਵਾਸਤੇ। ਤੇ ਸਿੱਖ ਕੌਮ ਵਿੱਚ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅਜਿਹੇ ਮਸੰਦ ਵਾੜੇ ਗਏ ਜੋ ਸਿੱਖ ਕੌਮ ਨੂੰ ਢਾਹ ਲਾ ਸਕਣ, ਜੋ ਸਿੱਖ ਕੌਮ ਅੰਦਰ ਘੁਸਪੈਠ ਕਰਕੇ ਸਿੱਖ ਕੌਮ ਦੀ ਨੌਜਵਾਨੀ ਨੂੰ ਗੁਰਾਹੇ ਪਾ ਸਕਣ, ਸਿੱਖ ਕੌਮ ਦੀ ਨੌਜਵਾਨੀ ਦੀ ਸੋਚ ਅਜਿਹੀ ਕਰ ਦੇਣ ਕਿ ਸਿੱਖ ਪੰਜਾਬ ਦੇ ਵਿੱਚ ਰਹਿਣਾ ਪਸੰਦ ਹੀ ਨਾ ਕਰਨ। ਹਰ ਨੌਜਵਾਨ ਆਪਣੇ ਮੂੰਹੋਂ ਪੰਜਾਬ ਨੂੰ ਮਾੜਾ ਕਹਿ ਕੇ ਬਾਹਰ ਜਾ ਕੇ ਵਸਣ ਦੀ ਗੱਲ ਆਖਣ ਲੱਗ ਪਵੇ, ਜੋ ਅੱਜ ਹੋ ਰਿਹਾ ਹੈ। ਪਰ ਜਾਗਦੀਆਂ ਜ਼ਮੀਰਾਂ ਵਾਲੇ ਜੋ ਵਾਕਈ ਹੀ ਗੁਰੂ ਦੇ ਸਿੰਘ ਨੇ, ਜੋ ਵਾਕਈ ਹੀ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਨਾਲ ਪਿਆਰ ਕਰਦੇ ਨੇ, ਉਹ ਨਾ ਕਦੇ ਆਪਣੀ ਇਸ ਧਰਤੀ ਨੂੰ ਛੱਡ ਕੇ ਗਏ ਸੀ, ਨਾ ਛੱਡ ਕੇ ਜਾਣਗੇ। ਉਹ ਅੱਜ ਤੱਕ ਲੜਦੇ ਆਏ ਨੇ ਖਾਲਸਾ ਪੰਥ ਵਾਸਤੇ ਤੇ ਅੱਗੇ ਵੀ ਲੜਦੇ ਰਹਿਣਗੇ ਖਾਲਸਾ ਰਾਜ ਵਾਸਤੇ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਆਵਾਮ ਕਿੰਨੀ ਕੀ ਸੁਚੇਤ ਹੁੰਦੀ ਹੈ, ਘੱਟ ਗਿਣਤੀਆਂ ਵਿਰੁੱਧ ਹੁੰਦੀਆਂ ਲਗਾਤਾਰ ਅਜਿਹੀਆਂ ਸਾਜ਼ਿਸ਼ਾਂ ਨੂੰ ਲੈ ਕੇ, ਤੇ ਸਿੱਖ ਕੌਮ ਦੀ ਨਵੀਂ ਪਨੀਰੀ ਕਿੰਨੀ ਕੀ ਤਿਆਰ ਹੁੰਦੀ ਹੈ ਖਾਲਸਾ ਰਾਜ ਦੀ ਚੜ੍ਹਦੀ ਕਲਾ ਵਾਸਤੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।